ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਵਰਨ ਜਾਤਿ ਅਰ ਪਾਤ ਨਹਿਨ ਜੇਹੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇਹੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ, ਸਾਹੇ ਸਾਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੁਰਮੁਖ ਖੇਤੀ ਹਰ ਅੰਤਰ ਬੀਜੀਐ, ਹਰ ਲੀਜੈ ਸਰੀਰ ਜਮਾਏ ਰਾਮ। ਆਪਣੇ ਘਰ ਅੰਦਰ ਰਸ ਪੁੰਚ ਤੂੰ, ਲਾਹਾ ਲੈ ਪ੍ਰਥਾਏ ਰਾਮ। ਗੁਰਮੁਖ ਖੇਤੀ ਹਰ ਅੰਤਰ ਬੀਜੀਐ, ਹਰ ਲੀਜੈ ਸਰੀਰ ਜਮਾਏ ਰਾਮ। ਆਪਣੇ ਘਰ ਅੰਦਰ ਰਸ ਪੁੰਚ ਤੂੰ, ਲਾਹਾ ਲੈ ਪ੍ਰਥਾਏ ਰਾਮ। ਲਾਹਾ ਪ੍ਰਥਾਏ ਹਰ ਮਨ ਵਸਾਏ, ਧਨ ਖੇਤੀ ਵਾਪਾਰਾ। ਹਰ ਨਾਮ ਧਿਆਏ ਮਨ ਵਸਾਏ, ਬੂਝੈ ਗੁਰ ਵਿਚਾਰਾ। ਮਨ ਮੁਖ ਖੇਤੀ ਵਣਜ ਕਰ ਥਾਕੇ, ਤ੍ਰਿਸ਼ਨਾ ਭੁਖ ਨ ਜਾਏ। ਨਾਨਕ ਨਾਮ ਬੀਜ ਮਨ ਅੰਦਰ, ਸਚੈ ਸ਼ਬਦ ਸੁਭਾਏ। ਮਨ ਮੁਖ ਖੇਤੀ ਵਣਜ ਕਰ ਥਾਕੇ, ਤ੍ਰਿਸ਼ਨਾ ਭੁਖ ਨ ਜਾਏ। ਨਾਨਕ ਨਾਮ ਬੀਜ ਮਨ ਅੰਦਰ, ਸਚੈ ਸ਼ਬਦ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਗੁਰੂ ਨੇ ਬਖਸ਼ੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਪਵਿੱਤਰ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਇਕਾਗਰ ਕਰੀਏ। ਸਤਿਗੁਰੂ ਜੀ ਨੇ ਇਹ ਜੋ ਪਾਵਨ ਸ਼ਬਦ ਵਡਹੰਸ ਰਾਗ ਵਿੱਚ ਉਚਾਰਨ ਕੀਤੇ ਹਨ ਛੰਤਾਂ ਦੇ ਰੂਪ ਵਿੱਚ। ਪਹਿਲਾ ਛੰਤ ਆਪਾਂ ਕੱਲ੍ਹ ਸਰਵਣ ਕੀਤਾ ਸੀ, ਗੁਰਮੁਖ ਸਭ ਵਪਾਰ ਭਲਾ, ਜੇ ਸਹਿਜੇ ਕੀਜੈ ਰਾਮ। ਕਹਿੰਦੇ ਜੇ ਗੁਰਮੁਖ ਵਪਾਰ ਵੀ ਕਰੇ ਤਾਂ ਉਹ ਵੀ ਭਲਾ ਹੈ। ਸਹਿਜ ਅਵਸਥਾ ਵਿੱਚ ਗੁਰਸਿੱਖ ਵਣਜ ਵਪਾਰ ਕਰਦੇ ਹਨ। ਗੁਰੂ ਘਰ 'ਚ ਕੋਈ ਵੀ ਕੰਮ ਕਰਨ ਦੀ ਮਨਾਹੀ ਨਹੀਂ, ਨਾ ਖੇਤੀ ਕਰਨ ਦੀ ਮਨਾਹੀ ਹੈ, ਨਾ ਕੰਮ ਕਰਨ ਦੀ, ਵਪਾਰ ਕਰਨ ਦੀ। ਪਰ ਗੱਲ ਇਹ ਹੈ ਵੀ ਉਹਦੇ ਵਿੱਚ ਆਪਣਾ ਧਿਆਨ ਪਰਮੇਸ਼ਰ ਵਿੱਚ ਜੁੜਿਆ ਰਹੇ। ਇਸ ਸੰਸਾਰ ਦੇ ਵਿਹਾਰ ਨੂੰ ਸਿਰਫ ਵਿਹਾਰ ਸਮਝਿਆ ਜਾਵੇ ਵੀ ਜਿੰਨਾ ਚਿਰ ਮੈਂ ਇੱਥੇ ਰਹਿਣਾ ਹੈ ਦੁਨੀਆ ਦੇ ਵਿੱਚ, ਪ੍ਰਸ਼ਾਦੇ ਵਾਸਤੇ, ਸਮਾਜ ਦੀ ਸੇਵਾ ਵਾਸਤੇ, ਆਪਣੇ ਪਰਿਵਾਰ ਦੀ ਸੇਵਾ ਵਾਸਤੇ ਮੈਂ ਕੰਮਕਾਰ ਵਪਾਰ ਕਰਨਾ ਹੈ। ਪਰ ਇਹ ਨਹੀਂ ਕਿ ਮੈਂ ਸਦਾ ਹੀ ਇੱਥੇ ਬੈਠੇ ਰਹਿਣਾ। ਇਹ ਸਿਰਫ ਰਾਹ, ਜਿਵੇਂ ਕਿਸੇ ਸਫ਼ਰ ਵਿੱਚ ਜਾਂਦਿਆਂ ਹੋਇਆਂ ਸਾਨੂੰ ਕਿਸੇ ਗੱਡੀ ਦੀ, ਕਾਰ ਦੀ, ਜਹਾਜ਼ ਦੀ ਲੋੜ ਪੈਂਦੀ ਹੈ, ਪਰ ਸਾਰਾ ਟਾਈਮ ਅਸੀਂ ਜਹਾਜ਼ ਦੀ ਸੀਟ 'ਤੇ ਨਹੀਂ ਬੈਠੇ ਰਹਿ ਸਕਦੇ। ਸਾਰਾ ਟਾਈਮ ਅਸੀਂ ਬੱਸ, ਕਾਰ ਦੀ ਸੀਟ ਦੇ ਉੱਤੇ ਬੈਲਟ ਲਾ ਕੇ ਬੈਠੇ ਰਹੀਏ, ਇੱਦਾਂ ਨਹੀਂ ਹੋ ਸਕਦਾ। ਉੱਥੋਂ ਉਤਰਨਾ ਵੀ ਪੈਂਦਾ। ਆਪਣਾ ਪਹੁੰਚਣ ਦਾ ਟਿਕਾਣਾ ਹੋਰ ਹੈ।
ਉਹ ਜਿਹੜਾ ਟਿਕਾਣਾ ਹੈ ਉਹ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਵਾਹਿਗੁਰੂ ਹੈ। ਉਸ ਤੋਂ ਉਰਲੇ ਪਾਸੇ ਸਾਰੀ ਯਾਤਰਾ ਹੀ ਹੈ। ਸਾਰੇ ਆਪਾਂ ਯਾਤਰੂ ਹਾਂ, ਯਾਤਰਾ ਜਾਰੀ ਹੈ। ਔਰ ਇੱਕ ਜਨਮ ਤੋਂ ਨਹੀਂ, ਕਰੋੜਾਂ ਜਨਮਾਂ ਤੋਂ ਇੱਦਾਂ ਹੀ ਆ ਰਹੇ ਹਾਂ, ਜਾ ਰਹੇ ਹਾਂ, ਆ ਰਹੇ ਹਾਂ, ਜਾ ਰਹੇ ਹਾਂ। ਜਿੰਨਾ ਚਿਰ ਆਪਣੇ ਨਿਸ਼ਾਨੇ ਨੂੰ, ਵਾਹਿਗੁਰੂ ਨੂੰ ਪ੍ਰਾਪਤ ਕਰਨ ਦਾ ਯਤਨ ਨਹੀਂ ਕਰਾਂਗੇ, ਉਹਨਾਂ ਚਿਰ ਯਾਤਰਾ ਬਿਰਥੀ ਹੈ, ਬੇਅਰਥ ਹੈ। ਬਾਕੀ ਇਸ ਯਾਤਰਾ ਨੂੰ ਪੂਰੀ ਕਰਨ ਵਾਸਤੇ ਰੋਟੀ, ਕੱਪੜਾ, ਮਕਾਨ ਜੋ ਵੀ ਚਾਹੀਦਾ ਉਹਦੇ ਲਈ ਉੱਦਮ ਕਰਨਾ ਪੈਂਦਾ। ਮਹਾਰਾਜ ਕਹਿੰਦੇ ਗੁਰਮੁਖਾਂ ਦਾ ਵਣਜ ਵਪਾਰ ਭਲਾ ਹੈ ਜੇ ਸਹਿਜ ਵਿੱਚ ਕਰਦੇ ਹਨ। ਭਾਵ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ। ਲਾਹਾ ਹਰ ਰਸ ਲੀਜੈ, ਹਰ ਰਬੀਜੈ, ਅਨ ਦਿਨ ਨਾਮ ਵਖਾਣੈ। ਅਸਲੀ ਵਪਾਰ ਇਹ ਹੈ। ਅੱਜ ਮਹਾਰਾਜ ਖੇਤੀ ਬਾਰੇ ਵੀ ਦੱਸ ਰਹੇ ਨੇ, ਕਿਉਂਕਿ ਉੱਤਮ ਖੇਤੀ ਮੱਧਮ ਵਪਾਰ, ਨਖਿੱਧ ਚਾਕਰੀ ਭੀਖ ਖੁਆਰ। ਉੱਤਮ ਖੇਤੀ ਨੂੰ ਮੰਨਿਆ ਗਿਆ ਕਿਉਂਕਿ ਹਰ ਇੱਕ ਇਨਸਾਨ ਨੂੰ ਪ੍ਰਸ਼ਾਦਾ ਚਾਹੀਦਾ। ਇਹ ਸੰਸਾਰ ਦੇ ਵਿੱਚ ਜੋ ਵੀ ਜੀਵ ਆਇਆ ਹੈ, ਜੋ ਵੀ ਇਨਸਾਨ, ਉਸ ਨੂੰ ਪ੍ਰਮਾਤਮਾ ਨੇ ਉੱਦਮ ਆਹਰ ਕਰਨ ਵਾਸਤੇ ਦੋ ਹੱਥ ਦਿੱਤੇ ਹਨ ਅਤੇ ਉਹ ਆਪਣੇ ਹੱਥਾਂ ਨਾਲ ਮਿਹਨਤ ਕਰਕੇ ਧਰਤੀ ਮਾਤਾ ਵਿੱਚੋਂ ਖਾਣ ਪੀਣ ਵਾਸਤੇ, ਛਕਣ ਛਕਾਉਣ ਵਾਸਤੇ ਪਦਾਰਥ ਪੈਦਾ ਕਰ ਸਕਦਾ ਹੈ। 36 ਪ੍ਰਕਾਰ ਦੇ ਭੋਜਨ ਧਰਤੀ ਮਾਤਾ ਵਿੱਚੋਂ ਨਿਕਲਦੇ ਹਨ। ਸਤਿਗੁਰੂ ਜੀ ਬਾਣੀ 'ਚ ਕਹਿੰਦੇ ਧਰਤੀ ਦੇਗ ਚੱਲੈ ਇੱਕ ਵੇਰਾ। ਇੱਕੋ ਵਾਰੀ ਪਰਮਾਤਮਾ ਨੇ ਧਰਤੀ ਰੂਪੀ ਦੇਗ ਦੇ ਵਿੱਚ, ਦੇਗ ਕਹਿੰਦੇ ਆ ਭਾਂਡੇ ਨੂੰ, ਬਰਤਨ ਨੂੰ, ਪਤੀਲੇ ਨੂੰ। ਜਿਵੇਂ ਆਪਣੇ ਪੁਰਾਣੇ ਲੰਗਰਾਂ ਵਿੱਚ ਅਜੇ ਵੀ ਪੰਜਾਬ ਵਿੱਚ ਜਾਓ ਨਾ, ਇੱਕ ਭਾਂਡੇ ਨੂੰ ਖਾਸ ਕਰਕੇ ਦੇਗ ਕਹਿੰਦੇ। ਉਹ ਬਹੁਤ ਸਾਰਾ ਵੱਡਾ ਜਿਹਾ ਗੋਲ ਮੂੰਹ ਵਾਲਾ ਭਾਂਡਾ ਹੁੰਦਾ, ਉਹਨੂੰ ਦੇਗਾ ਵੀ ਕਹਿੰਦੇ ਆ, ਦੇਗ ਵੀ ਕਹਿੰਦੇ ਆ। ਵੈਸੇ ਤਾਂ ਕਿਸੇ ਵੀ ਪਤੀਲੇ ਨੂੰ ਆਪਾਂ ਦੇਗ ਕਹਿ ਸਕਦੇ ਹਾਂ। ਲੰਗਰ ਨੂੰ ਵੀ ਦੇਗ ਕਹਿੰਦੇ ਆ। ਗੁਰਪ੍ਰਤਾਪ ਸੂਰਜ ਦੇ ਵਿੱਚ ਦੇਗ ਦਾ ਮਤਲਬ ਲੰਗਰ ਹੈ ਜ਼ਿਆਦਾਤਰ। ਕੜਾਹ ਪ੍ਰਸ਼ਾਦ ਦੀ ਵੀ ਆਪਾਂ ਦੇਗ ਕਹਿੰਦੇ ਹਾਂ। ਗੁਰੂ ਦੇ ਲੰਗਰ ਨੂੰ ਆਪਾਂ ਦੇਗ ਕਹਿੰਦੇ ਹਾਂ। ਪਰ ਦੇਗ ਇੱਕ ਬਰਤਨ ਵੀ ਹੁੰਦਾ, ਜਿਵੇਂ ਵੱਡਾ ਸਾਰਾ ਕੜਾਇਆ ਹੋਵੇ ਜਾਂ ਕੋਈ ਹੋਰ ਭਾਂਡਾ ਹੋਵੇ। ਇੱਕ ਇਸ ਤਰ੍ਹਾਂ ਦਾ ਸੌੜੇ ਮੂੰਹ ਵਾਲਾ ਅਤੇ ਵੱਡੇ ਉਦਰ ਵਾਲਾ, ਘੜੇ ਦੇ ਆਕਾਰ ਵਾਲਾ ਸਮਝ ਲਓ, ਤਾਂਬੇ ਦਾ, ਪਿੱਤਲ ਦਾ ਬਰਤਨ, ਉਸ ਨੂੰ ਵੀ ਦੇਗ ਕਹਿੰਦੇ ਆ। ਅਕਾਲ ਪੁਰਖ ਨੇ ਸਾਡੇ ਵਾਸਤੇ ਧਰਤੀ ਰੂਪੀ ਦੇਗ ਬਣਾਈ ਹੈ। ਇੱਕੋ ਵਾਰੀ ਸਾਰਾ ਕੁਝ ਉਹਦੇ 'ਚ ਪਾ ਦਿੱਤਾ ਹੈ। ਸਭ ਤਰ੍ਹਾਂ ਦੇ ਅਨਾਜ, ਸਭ ਤਰ੍ਹਾਂ ਦੀਆਂ ਫਸਲਾਂ, ਸਭ ਤਰ੍ਹਾਂ ਦੀਆਂ ਦਾਲਾਂ, ਸਬਜ਼ੀਆਂ ਜੋ ਅਸੀਂ ਛਕ ਰਹੇ ਹਾਂ। ਅਨੇਕਾਂ ਪ੍ਰਕਾਰਾਂ ਦੇ ਅਨਾਜ ਹਨ। ਕਣਕ ਹੈ, ਬਾਜਰਾ ਹੈ, ਜਵਾਰੀ ਹੈ, ਮੱਕੀ ਹੈ। ਦਾਲਾਂ ਵੀ ਵੰਨ ਸਵੰਨੀਆਂ ਹਨ। ਦਾਲਾਂ ਸਬਜ਼ੀਆਂ ਤੋਂ ਇਲਾਵਾ ਹੋਰ ਬੜਾ ਕੁਛ ਹੈ, ਚਾਵਲ ਆਦਿਕ। ਜੋ ਕੁਝ ਛਕ ਰਹੇ ਹਾਂ, ਭਾਵੇਂ ਖੀਰ ਖਾ ਰਹੇ ਹਾਂ, ਭਾਵੇਂ ਕੜਾਹ ਖਾ ਰਹੇ ਹਾਂ, ਉਹ ਸਭ ਧਰਤੀ ਦੀ ਦੇਗ ਵਿੱਚੋਂ ਨਿਕਲਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਜਿੱਥੇ ਗੁਰਸਿੱਖ ਨੇ ਆਪਣੀ ਕਿਰਤ ਬਿਰਤ ਕਰਨੀ ਹੈ, ਖੇਤੀ ਕਰਨੀ ਹੈ, ਵਪਾਰ ਕਰਨਾ ਹੈ, ਉੱਥੇ ਗੁਰੂ ਕੇ ਸਿੱਖ ਨੇ ਅੰਦਰਲੀ ਖੇਤੀ ਵੀ ਕਰਨੀ ਹੈ। ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਪਿਤਾ ਜੀ ਕਹਿੰਦੇ, ਬਾਬਾ ਕਾਲੂ ਜੀ, ਕਿ ਪੁੱਤਰ ਅਸੀਂ ਤੁਹਾਨੂੰ ਪਹਿਲਾਂ ਹੀ ਸਾਡੇ ਕੋਲ ਜ਼ਮੀਨ ਬਹੁਤ ਹੈ, ਜੇ ਹੋਰ ਜ਼ਮੀਨ ਲੈ ਦਿੰਦੇ ਹਾਂ ਅਤੇ ਤੁਸੀਂ ਖੇਤੀ ਕਰ ਲਓ, ਆਪਣੀ ਜ਼ਮੀਨ ਵਾਹੋ, ਆਪਣੀ ਖੇਤੀ ਕਰੋ। ਅਤੇ ਮਹਾਰਾਜ ਕਹਿੰਦੇ ਪਿਤਾ ਜੀ ਅਸੀਂ ਖੇਤੀ ਕੀਤੀ ਹੋਈ ਹੈ। ਉਹ ਕਹਿੰਦੇ ਪੁੱਤਰ ਇੰਨੇ ਸਾਲਾਂ ਬਾਅਦ ਤਾਂ ਦੁਨੀਆ ਦੇ ਚੱਕਰ ਲਾ ਕੇ ਤੁਸੀਂ ਆਏ। ਉਦੋਂ ਮਹਾਰਾਜ ਉਦਾਸੀ ਕਰਕੇ ਆਏ ਸਨ, ਸੰਸਾਰ ਨੂੰ ਉਤਾਰ ਕੇ ਆਏ ਸਨ 12-14 ਸਾਲ ਬਾਅਦ। ਪਿਤਾ ਜੀ ਕਹਿੰਦੇ ਇੰਨੇ ਸਾਲ ਬਾਹਰ ਰਹੇ ਹੋ, ਪਤਾ ਹੀ ਨਹੀਂ ਸੀ ਤੁਸੀਂ ਕਿੱਥੇ ਹੋ ਅਤੇ ਖੇਤੀ ਕਿੱਥੇ ਕਰਦੇ ਰਹੇ। ਮਹਾਰਾਜ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸੱਚੇ ਪਾਤਸ਼ਾਹ ਨੇ ਬਚਨ ਕੀਤਾ ਵੀ ਮਨ ਨੂੰ ਹਾਲੀ ਬਣਾਇਆ।
ਕਿਰਸਾਣੀ ਕਰਨੀ, ਸ਼ੁਭ ਕਰਨੀ ਦੀ ਖੇਤੀ ਕੀਤੀ ਹੈ ਅਤੇ ਨਾਮ ਦਾ ਬੀਜ ਪਾਇਆ, ਸੰਤੋਖ ਦਾ ਸੁਹਾਗਾ ਫੇਰਿਆ, ਇੱਦਾਂ ਦੀ ਖੇਤੀ ਕੀਤੀ ਹੈ। ਇਹ ਅੰਦਰੂਨੀ ਖੇਤੀ ਜਿਹੜੀ ਹੈ ਸਾਧ ਸੰਗਤ ਜੀ, ਜੇ ਅਸੀਂ ਕਰੀਏ ਤਾਂ ਸਾਡਾ ਇਸ ਸੰਸਾਰ 'ਤੇ ਆਉਣਾ, ਸਾਰੀਆਂ ਖੇਤੀਆਂ ਕਰਨੀਆਂ ਸਫਲੀਆਂ ਹੋ ਜਾਣਗੀਆਂ। ਜਿਵੇਂ ਮਹਾਰਾਜ ਕਹਿੰਦੇ ਗੁਰਮੁਖ ਦਾ ਵਣਜ ਵਪਾਰ ਸਫਲਾ ਹੈ। ਭਾਈ ਮੱਖਣ ਸ਼ਾਹ ਵਰਗੇ, ਭਾਈ ਮਨ ਸੁਖ ਵਰਗੇ ਬੜੇ ਬੜੇ ਵੱਡੇ ਵਪਾਰੀ ਗੁਰੂ ਘਰਾਂ 'ਚ ਹੋਏ ਨੇ। ਇੱਕ ਵਪਾਰੀ ਦਾ ਜ਼ਿਕਰ ਆਉਂਦਾ ਹੈ, ਜਿਹੜਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਕੁਝ ਸਮਾਂ ਬਾਅਦ, ਯਾਨੀ 18ਵੀਂ ਸਦੀ ਦੇ ਅੱਧ ਵਿੱਚ, ਪਟਨਾ ਸਾਹਿਬ ਤੋਂ ਪਰੇ ਲక్ష్ਮੀ ਨਗਰ 250 ਮੀਲ ਅੱਗੇ ਜਾ ਕੇ ਅਸਾਮ ਦੇ ਰਸਤੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਏ ਨੇ, ਉੱਥੇ 5 ਪਿੰਡ ਸਿੱਖਾਂ ਦੇ ਵਸਾ ਕੇ ਗਏ ਨੇ। ਹੁਣ ਵੀ ਉਹ 5 ਪਿੰਡ ਉੱਥੇ ਮੌਜੂਦ ਨੇ। ਉਹ ਗੁਰੂ ਕੇ ਸਿੱਖ ਬੜੇ ਪਿਆਰੇ, ਬਾਣੀ ਪੜ੍ਹਨ ਵਾਲੇ, ਤਿਆਰ ਬਰ ਤਿਆਰ, ਕੋਈ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਦਾ। ਉਹ ਬਿਹਾਰੀ ਸਿੱਖ ਕਹੇ ਜਾਂਦੇ ਨੇ। ਉਹਨਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ, ਦਸਮ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ, ਗੁਰੂ ਸਾਹਿਬਾਂ ਦੇ ਪਾਵਨ ਹੁਕਮਨਾਮੇ, ਪੋਥੀਆਂ ਅਜੇ ਵੀ ਸਾਂਭ ਕੇ ਰੱਖੀਆਂ ਹੋਈਆਂ ਨੇ, ਬਾਣੀ ਪੜ੍ਹਦੇ ਨੇ। ਲక్ష్ਮੀ ਨਗਰ, ਕੰਤ ਨਗਰ, ਕੜਾਹ ਗੋਲਾ ਰੇਲਵੇ ਸਟੇਸ਼ਨ ਹੈ। ਉੱਥੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ 234 ਅੰਗਾਂ ਦਾ ਸੰਪੂਰਨ ਸਰੂਪ ਹੈ। 234 ਅੰਗ ਦੇ ਵਿੱਚ ਜਿੱਡਾ ਆਮ ਆਪਣੇ ਘਰਾਂ 'ਚ ਲਿਖਣ ਵਾਸਤੇ ਰਜਿਸਟਰ ਹੁੰਦਾ ਹੈ, ਸਮਝੋ ਓਡਾ 200-250 ਪੰਨੇ ਦਾ ਰਜਿਸਟਰ ਟੈਪ, ਲੰਮੇ ਟੈਪ ਦਾ, ਬਹੁਤ ਬਰੀਕ ਕਲਮ ਦੇ ਨਾਲ ਲਿਖਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੰਨ 1734 ਦਾ ਬਣਦਾ ਹੈ ਉਹ ਸਮਾਂ, ਜੋ ਸਰੂਪ ਦੇ ਲਿਖਣ ਦੀ ਡੇਟ ਹੈ। ਇੱਕੋ ਅੰਗ 'ਤੇ ਸਾਰਾ ਜਪਜੀ ਸਾਹਿਬ ਦਾ ਪਾਠ ਹੈ। ਉਸ ਸਰੂਪ ਦੇ ਦਾਸ ਨੇ ਦਰਸ਼ਨ ਕੀਤੇ ਜਾ ਕੇ ਪਟਨਾ ਸਾਹਿਬ ਤੋਂ ਅੱਗੇ। ਉਹਦਾ ਇਤਿਹਾਸ ਹੈ ਕਿ ਉੱਥੇ ਇੱਕ ਵਪਾਰੀ ਗੁਰਸਿੱਖ ਜਹਾਜ਼ ਦੇ ਵਿੱਚ ਬਰਮਾ, ਮਲੇਸ਼ੀਆ, ਥਾਈਲੈਂਡ, ਸਿੰਗਾਪੁਰ ਜਾਂ ਉੱਧਰ ਦੇ ਜਿਹੜੇ ਹੋਰ ਛੋਟੇ ਛੋਟੇ ਟਾਪੂ ਹਨ, ਉਹਨਾਂ ਟਾਪੂਆਂ 'ਚ ਸਮੁੰਦਰ ਦੇ ਜਹਾਜ਼ ਵਿੱਚ ਵਪਾਰ ਕਰਦਾ ਸੀ। ਕਦੀ ਬ੍ਰਹਮਪੁੱਤਰ ਦਰਿਆ ਦੇ ਵਿੱਚ ਵਪਾਰ ਕਰਦਾ ਸੀ। ਅਤੇ ਐਸਾ ਸਮਾਂ ਆਇਆ ਕਿ ਜਹਾਜ਼ ਪਲਟ ਗਿਆ ਅਤੇ ਉਹਦੇ ਨਾਲ ਦੇ ਸਾਰੇ ਸਿੱਖ ਚੜ੍ਹਾਈ ਕਰ ਗਏ, ਆਪ ਵੀ ਚੜ੍ਹਾਈ ਕਰ ਗਿਆ। ਪਰ ਜਹਾਜ਼ ਦੇ ਵਿੱਚ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ 234 ਅੰਗ ਵਾਲਾ ਹੈ, ਸੰਪੂਰਨ ਸਰੂਪ ਹੈ ਮਹਾਰਾਜ ਦਾ, ਪਰ ਬਰੀਕ ਲਿਖਾਈ ਹੋਣ ਕਰਕੇ ਥੋੜ੍ਹੇ ਅੰਗਾਂ 'ਤੇ ਬਾਣੀ ਨੂੰ ਸਮੇਟਿਆ ਹੋਇਆ ਹੈ। ਉਸ ਪਾਵਨ ਸਰੂਪ ਦਾ ਨਾਲ ਜਹਾਜ਼ ਦੇ ਵਿੱਚ ਪ੍ਰਕਾਸ਼ ਕਰਦਾ ਸੀ ਅਤੇ ਜਹਾਜ਼ ਵਿੱਚ ਹੀ ਬਾਣੀ ਪੜ੍ਹਦਾ ਸੀ। ਜਦੋਂ ਜਹਾਜ਼ ਪਲਟ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿਹੜਾ ਹੈ ਉਹ ਕਿਤੇ ਰੇਤੇ 'ਚ ਦੱਬਿਆ ਰਿਹਾ। ਕੋਈ ਸਾਲ 6 ਮਹੀਨੇ ਬਾਅਦ ਦਰਿਆ ਦਾ ਪਾਣੀ ਉਤਰਿਆ, ਘਟਿਆ। ਉੱਥੇ ਉਹ ਗੁਰੂ ਮਹਾਰਾਜ ਦਾ ਸਰੂਪ ਗੁਰਸਿੱਖਾਂ ਨੂੰ ਜਾਂ ਕਿਸੇ ਨੂੰ, ਉਦਾਸੀ ਮਹਾਤਮਾ ਨੂੰ ਲੱਭਿਆ। ਉਹਨਾਂ ਨੇ ਫਿਰ ਉਸ ਗੁਰਦੁਆਰੇ ਸਿੰਘ ਜਿਹੜਾ ਲక్ష్ਮੀਪੁਰ, ਕੰਤ ਨਗਰ, ਕੜਾਹ ਗੋਲਾ ਰੇਲਵੇ ਸਟੇਸ਼ਨ ਦੇ ਲਾਗੇ ਬਿਹਾਰ ਦੇ ਵਿੱਚ ਵਾਕਿਆ ਹੈ, ਉੱਥੇ ਉਹ ਗੁਰੂ ਘਰ ਦੇ ਵਿੱਚ ਸਰੂਪ ਪਹੁੰਚਾਇਆ। ਇਹੋ ਜਿਹੇ ਵਪਾਰੀ ਗੁਰਸਿੱਖ ਜਿਹੜੇ ਜਹਾਜ਼ ਵਿੱਚ ਲੱਖਾਂ ਕਰੋੜਾਂ ਦਾ ਵਪਾਰ ਕਰਦੇ ਸਨ। ਕਾਬਲ ਦੇ ਵਿੱਚ ਬੜੇ ਬੜੇ ਵਪਾਰੀ ਸਿੱਖ ਸਨ, ਕਸ਼ਮੀਰ ਦੇ ਵਿੱਚ ਵਪਾਰੀ ਸਿੱਖ ਸਨ। ਵਪਾਰ ਕਰਨਾ ਮਾੜੀ ਗੱਲ ਨਹੀਂ, ਵਪਾਰ ਕਰਨਾ ਬੜੀ ਚੰਗੀ ਚੀਜ਼ ਹੈ। ਪਰ ਮਹਾਰਾਜ ਕਹਿੰਦੇ ਜੇ ਸਹਿਜੇ ਕੀਜੈ ਰਾਮ। ਇੱਦਾਂ ਖੇਤੀ ਬਾਰੇ ਵੀ ਕਹਿ ਰਹੇ ਨੇ, ਬਾਹਰਲੀ ਖੇਤੀ ਵੀ ਕਰੋ ਪ੍ਰਸ਼ਾਦੇ ਵਾਸਤੇ, ਪਰ ਕਹਿੰਦੇ ਗੁਰਮੁਖ ਖੇਤੀ ਹਰ ਅੰਤਰ ਬੀਜੀਐ, ਹਰ ਲੀਜੈ ਸਰੀਰ ਜਮਾਏ ਰਾਮ। ਮਹਾਰਾਜ ਕਹਿੰਦੇ ਗੁਰਮੁਖ ਜਨ ਅੰਦਰ ਦੀ ਖੇਤੀ ਬੀਜਦੇ ਹਨ, ਵਾਹਿਗੁਰੂ 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 ਜਪਦੇ ਹਨ। ਹਰੀ ਪਰਮਾਤਮਾ ਨੂੰ ਆਪਣੇ ਸਰੀਰ ਦੇ ਵਿੱਚ ਹੀ, ਅਕਾਲ ਪੁਰਖ ਨੂੰ ਆਪਣੇ ਅੰਦਰ ਹੀ ਜਮਾ ਲੈਣਾ, ਭਾਵ ਪਰਮੇਸ਼ਰ ਨੂੰ ਆਪਣੇ ਅੰਦਰ ਹੀ ਜਾਣ ਲੈਣਾ। ਇਸ ਤਰ੍ਹਾਂ ਦੀ ਖੇਤੀ ਗੁਰਮੁਖ ਜਨ ਕਰਦੇ ਹਨ।
ਆਪਣੇ ਘਰ ਅੰਦਰ ਰਸ ਪੁੰਚ ਤੂੰ, ਲਾਹਾ ਲੈ ਪਰਥਾਏ ਰਾਮ। ਮਹਾਰਾਜ ਕਹਿੰਦੇ ਸਰੀਰ ਹੀ ਤੁਹਾਡੀ ਖੇਤੀ ਹੈ। ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਜਿਵੇਂ ਖੇਤਾਂ 'ਚ ਅਸੀਂ ਜਿਹੜਾ ਬੀਜ ਬੀਜਾਂਗੇ, ਕਣਕ ਬੀਜਾਂਗੇ ਤੇ ਕਣਕ ਉੱਗੇਗੀ, ਝੋਨਾ ਬੀਜਾਂਗੇ ਝੋਨਾ ਉੱਗੇਗਾ, ਮੱਕੀ ਬੀਜਾਂਗੇ ਮੱਕੀ ਹੋਵੇਗੀ, ਬਾਜਰਾ ਬੀਜਾਂਗੇ ਤੇ ਬਾਜਰਾ ਹੋਵੇਗਾ। ਇਸੇ ਤਰ੍ਹਾਂ ਇਸ ਸਰੀਰ ਰੂਪੀ ਖੇਤ ਦੇ ਵਿੱਚ ਜੋ ਬੀਜਾਂਗੇ, ਪਾਪ ਜਾਂ ਪੁੰਨ, ਚੰਗਿਆਈ ਜਾਂ ਬੁਰਿਆਈ, ਉਹੀ ਨਿਕਲੇਗੀ। ਜੇ ਅਸੀਂ ਚੰਗਿਆਈ ਬੀਜਾਂਗੇ ਤਾਂ ਚੰਗਿਆਈ ਨਿਕਲੇਗੀ। ਜੇ ਸਰੀਰ ਦੇ ਵਿੱਚ, ਸਰੀਰ ਰੂਪੀ ਖੇਤ 'ਚ ਬੁਰਿਆਈ ਬੀਜਾਂਗੇ ਤਾਂ ਇਹਦੇ ਵਿੱਚੋਂ ਬੁਰਿਆਈ ਨਿਕਲੇਗੀ। ਬੀਜ ਜੈਸਾ ਬੀਜਣਾ ਉਹੋ ਜਿਹਾ ਫਲ ਹੋਣਾ। ਜਿਹਾ ਬੀਓ ਤਿਹਾ ਫਲ ਪਾਇਆ। ਹੇ ਭਾਈ, ਆਪਣੇ ਸਰੀਰ ਰੂਪੀ ਖੇਤ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਖੇਤੀ ਬੀਜੋ। ਵਾਹਿਗੁਰੂ 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 ਜਪੋ। ਇਹਦੇ ਨਾਲ ਕੀ ਹੋਏਗਾ, ਤੁਹਾਡੇ ਅੰਦਰ ਜਿਵੇਂ ਕੋਈ ਬੰਦਾ ਖੇਤੀ ਕਰੇਗਾ ਤੇ ਰੁੱਖ ਖਾਏਗਾ ਵੀ। ਜਿਹਨੇ ਖੇਤਾਂ 'ਚ ਹਲ ਨਹੀਂ ਵਾਹਣਾ, ਮਿਹਨਤ ਨਹੀਂ ਕਰਨੀ, ਉਹਨੂੰ ਹੁਣ ਪਰੌਂਠੇ ਤਾਂ ਨਹੀਂ ਮਿਲਣ ਲੱਗੇ। ਜੇ ਕੋਈ ਮਿਹਨਤ ਕਰੇਗਾ ਤੇ ਉਹ ਜ਼ਰੂਰ ਸੋਹਣੇ ਫਲ ਛਕੇਗਾ। ਇਸੇ ਤਰ੍ਹਾਂ ਆਪਣੇ ਰਸਨਾ ਨਾਲ ਜਿਹੜਾ ਨਾਮ ਦੀ ਖੇਤੀ ਆਪਣੇ ਸਰੀਰ 'ਚ ਬੀਜੇਗਾ, ਮਹਾਰਾਜ ਕਹਿੰਦੇ ਅੰਦਰੋਂ ਹੀ ਉਹਨੂੰ ਲਾਹਾ ਵੀ ਮਿਲੇਗਾ। ਲਾਹਾ ਲੈ ਪਰਥਾਏ ਰਾਮ। ਉਹਦੇ ਬਦਲੇ 'ਚ ਉਹਨੂੰ ਲਾਹਾ ਮਿਲੇਗਾ। ਕੀ ਲਾਹਾ ਮਿਲੇਗਾ? ਸ਼ਾਂਤੀ, ਸੁੱਖ, ਆਨੰਦ, ਮੁਕਤੀ ਦਾ ਦੁਆਰਾ ਖੁੱਲ੍ਹੇਗਾ। ਉਹਦੀ ਆਤਮਾ ਅਤੇ ਪਰਮਾਤਮਾ ਦੀ ਨੇੜਤਾ ਬਣੇਗੀ। ਅਜੇ ਤਾਂ ਆਪਣੇ ਆਪ ਨੂੰ ਇਹ ਸਰੀਰ ਸਮਝ ਕੇ ਇਸ ਸੰਸਾਰ ਦੇ ਵਿੱਚ ਗਲਤਾਨ ਹੋਏ ਪਏ ਹਾਂ। ਇਹ ਮਹਿਸੂਸ ਕਰ ਰਹੇ ਹਾਂ ਵੀ ਅਸੀਂ ਜੰਮੇ ਹਾਂ ਅਤੇ ਅਸੀਂ ਮਰਾਂਗੇ। ਅਸੀਂ ਸੁਖੀ ਹਾਂ, ਅਸੀਂ ਦੁਖੀ ਹਾਂ, ਅਸੀਂ ਗੋਰੇ ਹਾਂ, ਅਸੀਂ ਕਾਲੇ ਹਾਂ, ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ ਹਾਂ, ਅਸੀਂ ਸਿੱਖ ਹਾਂ, ਅਸੀਂ ਬਾਹਮਣ ਹਾਂ, ਜੱਟ ਹਾਂ, ਈਸਾਈ। ਇੱਦਾਂ ਅਸੀਂ ਆਪਣੇ ਅੰਦਰ ਹੋਰ ਹੀ ਭਰਮ ਪਾਲੀ ਬੈਠੇ ਹਾਂ। ਪਰ ਜਦੋਂ ਅਸੀਂ ਨਾਮ ਜਪਾਂਗੇ ਤਾਂ ਫਿਰ ਦੇਖੋ ਅੰਦਰੋਂ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋਵੇਗਾ। ਮਹਾਰਾਜ ਕਹਿੰਦੇ ਨੇ ਇਹ ਗੱਲ ਕੋਈ ਐਵੇਂ ਕਹਿਣ ਮਾਤਰ ਨਹੀਂ, ਪ੍ਰੈਕਟੀਕਲ ਕਰਕੇ ਦੇਖ ਲਓ। ਇੱਦਾਂ ਹੀ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੇ ਘਰ ਅੰਦਰ ਰਸ ਪੁੰਚ ਤੂੰ। ਆਪਣੇ ਮਨ ਦੇ ਵਿੱਚ ਰਸ ਹੈ, ਪਰਮਾਤਮਾ ਹੈ, ਉਹਦਾ ਰਸ ਲੈ। ਲਾਹਾ ਲੈ ਪਰਥਾਏ ਰਾਮ। ਲਾਹਾ ਪਰਥਾਏ ਹਰ ਮਨ ਵਸਾਏ, ਧਨ ਖੇਤੀ ਵਪਾਰਾ। ਇਹ ਲਾਹਾ ਪ੍ਰਾਪਤ ਹੁੰਦਾ ਵਾਹਿਗੁਰੂ ਨੂੰ ਮਨ 'ਚ ਵਸਾ ਕੇ। ਵਾਹਿਗੁਰੂ 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 ਵਾਹਿਗੁਰੂ। ਕਈ ਲੋਕ ਸ਼ੰਕਾ ਕਰਦੇ ਆ ਇੱਦਾਂ ਜਪਣ ਨਾਲ ਕੀ ਹੋ ਚੱਲਿਆ, ਕੀ ਮਿਲਦਾ ਹੈ? ਇਹ ਤਾਂ ਤੋਤਾ ਰਟਣੀ ਹੈ। ਪਰ ਸਾਧ ਸੰਗਤ ਜੀ, ਇਹ ਤੋਤਾ ਰਟਣੀ ਕਰਕੇ ਤਾਂ ਦੇਖੋ। ਗੁਰੂ ਸਾਹਿਬ ਕਹਿੰਦੇ ਐਵੇਂ ਨਾ ਗੱਲਾਂ ਕਰੀ ਜਾਓ, ਕਰਕੇ ਦੇਖੋ। ਗਰੰਟੀ ਹੈ, ਤੁਸੀਂ ਇਹਨੂੰ ਜਪੋਗੇ ਤੁਹਾਡੇ ਅੰਦਰ ਪਰਮਾਤਮਾ ਵਸ ਜਾਏਗਾ। ਪਰਮਾਤਮਾ ਦਾ, ਪਰਮਾਤਮਾ ਦਾ, ਪਰਮਾਤਮਾ ਕੀ ਹੈ? ਪਰਮਾਤਮਾ। ਜੋ ਆਤਮਾ ਹੈ ਸਾਡੇ ਅੰਦਰ ਹੈ, ਅਸੀਂ ਉਹਨੂੰ ਦੇਖਦੇ ਨਹੀਂ ਅਤੇ ਆਪਣੇ ਮਨ ਦੇ ਮਗਰ ਲੱਗੇ ਹੋਏ ਇੱਧਰ ਉੱਧਰ ਭਟਕੀ ਜਾਂਦੇ ਹਾਂ। ਪਰ ਜਦੋਂ ਉਸ ਪਰਮਾਤਮਾ ਦੇ ਨਾਲ ਜੁੜਾਂਗੇ ਤਾਂ ਫਿਰ ਜੋ ਆਨੰਦ, ਜੋ ਸੁੱਖ, ਜੋ ਖੇੜਾ, ਜੋ ਅਨੁਭਵ ਹੋਏਗਾ, ਉਹਦਾ ਕਹਿਣਾ ਹੀ ਕਿਆ ਹੈ। ਮਹਾਰਾਜ ਕਹਿੰਦੇ ਹਰ ਮਨ ਵਸਾਏ। ਨਾਮ ਜਪਣ ਨਾਲ ਹਰੀ ਤੁਹਾਡੇ ਮਨ 'ਚ ਵਸਦਾ ਹੈ। ਧਨ ਖੇਤੀ ਵਪਾਰਾ। ਮਹਾਰਾਜ ਕਹਿੰਦੇ ਨਾਮ ਜਪਣ ਦੀ ਖੇਤੀ ਕਰ ਲਓ, ਨਾਮ ਜਪਣ ਦਾ ਵਪਾਰ ਕਰ ਲਓ, ਧਨ ਹੀ ਧਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾਮ ਦੀ ਖੇਤੀ ਕਰ ਲਓ। ਭਾਵੇਂ ਖੇਤੀ ਵੀ ਹੈ ਨਾ, ਮਨ ਹਾਲੀ ਕਿਰਸਾਣੀ ਕਰਨੀ, ਖੇਤੀ ਵੀ ਹੈ ਅਤੇ ਵਪਾਰ ਵੀ ਹੈ। ਗੁਰਮੁਖ ਸਾਹਿਬ ਵਪਾਰ ਭਲਾ ਕਹਿੰਦੇ ਭਾਵੇਂ ਨਾਮ ਜਪਣ ਦੀ ਖੇਤੀ ਕਰ ਲਓ, ਭਾਵੇਂ ਨਾਮ ਜਪਣ ਦਾ ਵਪਾਰ ਕਹਿ ਲਓ। ਕਹਿਣ ਵਾਸਤੇ, ਕੋਈ ਸਮਝਾਉਣ ਵਾਸਤੇ ਸ਼ਬਦ ਵਰਤਣੇ ਪੈਂਦੇ ਆ। ਜਿੱਦਾਂ ਕੋਈ ਸਮਝਦਾ ਹੋਵੇ ਨਾ, ਉਹਨੂੰ ਉੱਦਾਂ ਹੀ ਸਮਝਾਈਦਾ ਹੈ। ਜੇ ਆਪਾਂ ਬਿਜ਼ਨਸਮੈਨ ਨੂੰ ਸਮਝਾਉਣਾ ਹੋਵੇ ਤਾਂ ਬਿਜ਼ਨਸਮੈਨ ਦੀ ਬੋਲੀ 'ਚ ਗੱਲ ਕਰਾਂਗੇ ਤਾਂ ਉਹਨੂੰ ਸਮਝ ਆਵੇਗੀ। ਖੇਤੀਬਾੜੀ ਦੀ ਕਰਨ ਵਾਲੇ ਬੰਦੇ ਨੂੰ ਜੇ ਸਮਝਾਉਣਾ ਹੋਵੇ, ਉਹਨੂੰ ਖੇਤੀਬਾੜੀ ਦੀ ਬੋਲੀ 'ਚ ਸਮਝਾਵਾਂਗੇ ਤਾਂ ਉਹਨੂੰ ਸਮਝ ਆਵੇਗੀ। ਗੁਰਬਾਣੀ 'ਚ ਹਰ ਇੱਕ ਬੰਦੇ ਨੂੰ ਸਮਝਾਇਆ ਹੈ, ਭਾਵੇਂ ਉਹ ਵਪਾਰ ਕਰਦਾ, ਭਾਵੇਂ ਖੇਤੀ ਕਰਦਾ, ਭਾਵੇਂ ਉਹ ਇਸਤਰੀ ਹੈ, ਭਾਵੇਂ ਪੁਰਸ਼ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸੁਖੀ ਹੈ, ਭਾਵੇਂ ਦੁਖੀ ਹੈ।
ਸੁਖੀ ਬੰਦੇ ਨੂੰ ਮਹਾਰਾਜ ਕਹਿੰਦੇ ਦੇਖ, ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪੈਰ ਸਿਮਰੋ ਤਿਸ ਰਸਨਾ। ਇਹ ਸੁਖੀ ਨੂੰ ਉਪਦੇਸ਼ ਦਿੱਤਾ, ਦੁਖੀ ਨੂੰ ਵੀ ਦਿੱਤਾ। ਜੇ ਤੂੰ ਦੁਖੀ ਹੈ ਤਾਂ ਪਰਮੇਸ਼ਰ ਦਾ ਨਾਮ ਜਪ, ਤੇਰੇ ਦੁੱਖ ਦੂਰ ਹੋ ਜਾਣਗੇ। ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾ, ਸਾਕ ਵੀ ਭੱਜ ਖਲੇ। ਜਿਹੜੇ ਬੰਦੇ 'ਤੇ ਬਾਹਲੀ ਮੁਸੀਬਤ ਆ ਜੇ, ਦੁਸ਼ਮਣ ਉਹਦਾ ਸਾਥ ਛੱਡ, ਮਿੱਤਰ ਉਹਦਾ ਸਾਥ ਛੱਡ ਦੇਣ, ਦੁਸ਼ਮਣ ਸਿਰ 'ਤੇ ਆ ਜਾਣ, ਬਿਮਾਰੀਆਂ ਰੋਗ ਮੁਕੱਦਮੇ ਘਰ 'ਚ ਆ ਜਾਣ, ਸੱਟਾਂ ਫੇਟਾਂ ਲੱਗ ਜਾਣ, ਬੱਚੇ ਕਹਿਣਾ ਨਾ ਮੰਨਣ, ਇਸਤਰੀ ਬੇਵਫਾ ਹੋ ਜਾਵੇ, ਘਰ 'ਚ ਕਿੰਨੇ ਕਲੇਸ਼ ਨੇ। ਬੰਦੇ ਦੀ ਜ਼ਿੰਦਗੀ ਇੱਕ ਥੋੜ੍ਹਾ ਇਸ ਲਾਈਫ ਦੇ ਵਿੱਚ ਦੁੱਖ ਹੀ ਦੁੱਖ ਨੇ, ਕੰਡੇ ਹੀ ਕੰਡੇ ਨੇ। ਕਹਿੰਦੇ ਬੰਦਾ ਘਬਰਾ ਜਾਂਦਾ, ਹੁਣ ਮੈਂ ਕੀ ਕਰਾਂ। ਕਈ ਤਾਂ ਇੱਥੋਂ ਤੱਕ ਸੋਚਦੇ ਆ ਵੀ ਮਰ ਕੇ ਮਸਲਾ ਹੱਲ ਕਰ ਲਈਏ, ਪਰ ਮਰ ਕੇ ਮਸਲਾ ਹੱਲ ਹੁੰਦਾ ਨਹੀਂ। ਆਤਮਾ ਥੋੜ੍ਹਾ ਮਰਦੀ ਹੈ, ਸਰੀਰ ਹੀ ਮਰਦਾ। ਅੱਗੇ ਹੋਰ ਪੁੱਠੇ ਚੱਕਰ 'ਚ ਪੈ ਜਾਏਗਾ, ਕੋਈ ਪ੍ਰੇਤ ਆਤਮਾ ਬਣ ਜਾਏਗਾ, ਕੋਈ ਜਨਮ ਮਰਨ ਦੇ ਚੱਕਰ 'ਚ ਪਏਗਾ। ਤੋ ਮਹਾਰਾਜ ਕਹਿੰਦੇ ਇਹ ਮਸਲੇ ਦਾ ਇੱਕੋ ਹੀ ਹੱਲ ਹੈ। ਜਾਂ ਕੋ ਮੁਸ਼ਕਲ ਅਤ ਬਣੇ, ਬਹੁਤ ਮੁਸ਼ਕਲ ਹੋ ਗਈ, ਢੋਈ ਕੋਏ ਨਾ ਦੇ, ਕੋਈ ਤੁਹਾਨੂੰ ਬਾਂਹ ਨਹੀਂ ਤੁਹਾਡੀ ਫੜਦਾ, ਔਖਾ ਟਾਈਮ ਆ ਗਿਆ। ਲਾਗੂ ਹੋਏ ਦੁਸ਼ਮਣ, ਦੁਸ਼ਮਣ ਸਿਰ 'ਤੇ ਚੜ੍ਹ ਆਏ ਨੇ। ਸਾਕ ਵੀ ਭੱਜ ਖਲੇ, ਰਿਸ਼ਤੇਦਾਰ ਛੱਡ ਕੇ ਚਲੇ ਗਏ ਨੇ। ਕਹਿੰਦੇ ਸਭੋ ਭੱਜੇ ਆਸਰਾ, ਸਾਰੇ ਆਸਰੇ ਭੱਜ ਜਾਣ। ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ, ਬ੍ਰਹਮ ਲੱਗੈ ਨਾ ਤੱਤੀ ਵਾਓ। ਹੇ ਬੰਦੇ, ਜੇ ਦੁਖੀ ਹੈ ਤੂੰ ਵਾਹਿਗੁਰੂ ਨੂੰ ਚੇਤੇ ਕਰ ਲੈ, ਤੈਨੂੰ ਤੱਤੀ ਵਾਹ ਨਹੀਂ ਲੱਗਣੀ। ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਦੁਖੀ ਨੂੰ ਵੀ ਉਪਦੇਸ਼ ਦਿੰਦੀ ਹੈ ਬਾਣੀ। ਇਸੇ ਤਰ੍ਹਾਂ ਵਪਾਰੀ ਨੂੰ ਵੀ ਉਪਦੇਸ਼ ਦੇ ਰਹੇ ਨੇ ਗੁਰੂ ਅਮਰਦਾਸ ਜੀ, ਅਤੇ ਖੇਤੀ ਕਰਨ ਵਾਲੇ ਨੂੰ ਉਪਦੇਸ਼ ਦੇ ਰਹੇ ਨੇ। ਗੁਰਮੁਖ ਖੇਤੀ ਹਰ ਅੰਤਰ ਬੀਜੀਐ, ਹਰ ਲੀਜੈ ਸਰੀਰ ਜਮਾਏ ਰਾਮ। ਆਪਣੇ ਘਰ ਅੰਦਰ ਰਸ ਪੁੰਜ ਤੂੰ, ਲਾਹਾ ਲੈ ਪ੍ਰਥਾਏ ਰਾਮ। ਲਾਹਾ ਪ੍ਰਥਾਏ ਹਰ ਮਨ ਵਸਾਏ, ਧਨ ਖੇਤੀ ਵਪਾਰਾ। ਮਹਾਰਾਜ ਕਹਿੰਦੇ ਭਾਵੇਂ ਖੇਤੀ ਕਹਿ ਲਓ, ਭਾਵੇਂ ਵਪਾਰ ਕਹਿ ਲਓ, ਲਾਹਾ ਨਾਮ ਦਾ ਇੱਥੋਂ ਮਿਲੇਗਾ, ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਹਰ ਮਨ ਵਸਾਏ, ਹਰ ਮਨ ਧਿਆਏ, ਵਾਹਿਗੁਰੂ ਹਰ ਨਾਮ ਧਿਆਏ, ਮਨ ਵਸਾਏ, ਬੂਝੈ ਗੁਰ ਵਿਚਾਰਾ। ਵਾਹਿਗੁਰੂ 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 ਵਾਹਿਗੁਰੂ। ਹਰ ਨਾਮ ਧਿਆਏ, ਨਾਮ ਧਿਆਣਾ, ਪਰਮੇਸ਼ਰ ਨੂੰ ਚੇਤੇ ਕਰਨਾ, ਮਨ 'ਚ ਵਸਾਉਣਾ, ਪਰਮਾਤਮਾ ਹੀ ਵਸ ਗਿਆ। ਇਹ ਨਾ ਸਮਝੋ ਵੀ ਅੱਜ ਮੈਂ ਨਾਮ ਜਪ ਰਿਹਾ ਅਤੇ ਪਰਮਾਤਮਾ ਕੱਲ੍ਹ ਨੂੰ ਆਏਗਾ, ਇਹ ਵੀ ਨਹੀਂ ਸਮਝਣਾ। ਕਈ ਵਾਰੀ ਇੱਦਾਂ ਸੋਚਦੇ ਹਾਂ ਵੀ ਮੈਂ ਹੁਣ ਬੈਠਾ ਮਾਲਾ ਲੈ ਕੇ, ਮੈਂ ਘੰਟਾ ਨਾਮ ਜਪਾਂਗਾ, ਕੱਲ੍ਹ ਨੂੰ ਜਪਾਂਗਾ, ਅਤੇ ਆਉਂਦੇ 2 ਮਹੀਨਿਆਂ ਨੂੰ, 6 ਮਹੀਨਿਆਂ ਨੂੰ, ਸਾਲ ਨੂੰ, ਜਾਂ ਮੌਤ ਤੋਂ ਬਾਅਦ ਪਰਮਾਤਮਾ ਮਿਲ ਜਾਏਗਾ। ਪਰਮਾਤਮਾ ਤੇਰੇ ਹੁਣ ਇਸੇ ਵੇਲੇ ਹੀ ਕੋਲ ਆ ਗਿਆ, ਜਦੋਂ ਤੂੰ ਵਾਹਿਗੁਰੂ ਆਖਿਆ, ਹੁਣੇ ਹੀ। ਇਹ ਨਾ ਸੋਚ ਵੀ ਮੈਂ ਹੁਣ ਨਾਮ ਜਪ ਰਿਹਾ ਅਤੇ ਬਾਅਦ 'ਚ ਮੈਨੂੰ ਮਿਲੇਗਾ। ਮਹਾਰਾਜ ਕਹਿੰਦੇ ਨਾਲ ਹੀ ਮਨ 'ਚ ਵਸ ਜਾਣਾ। ਬੂਝੈ ਗੁਰ ਵਿਚਾਰਾ, ਬਸ ਗੁਰੂ ਦੀ ਗੱਲ ਬੁੱਝਣੀ ਸਮਝਣੀ ਪੈਣੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਲ, ਗੁਰਬਾਣੀ ਦੀ ਜੇ ਤੂੰ ਬੁੱਝ ਲਵੇਂ, ਗੁਰੂ ਸਮਝਾ ਦਿੰਦਾ ਹੈ ਵੀ ਤੂੰ ਆਪਣੇ ਅੰਦਰ ਪਰਮਾਤਮਾ ਨੂੰ ਹੁਣੇ ਹੀ ਵੇਖ ਸਕਦਾ। ਪ੍ਰੇਮ ਨਾਲ ਆਖ ਤਾਂ ਸਹੀ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਮਾਨਮੁਖ ਖੇਤੀ ਵਣਜ ਕਰ ਥਾਕੇ, ਤ੍ਰਿਸ਼ਨਾ ਭੁੱਖ ਨਾ ਜਾਏ। ਮਨ ਦੇ ਮਗਰ ਲੱਗੇ ਹੋਏ ਲੋਕ ਖੇਤੀ ਕਰਕੇ ਵੀ ਥੱਕ ਗਏ ਅਤੇ ਵਪਾਰ ਕਰਕੇ ਵੀ ਥੱਕ ਗਏ। ਤ੍ਰਿਸ਼ਨਾ ਜਾਂਦੀ ਕੋਈ ਨਹੀਂ, ਲਾਲਚ ਜਾਂਦਾ ਹੀ ਕੋਈ ਨਹੀਂ। ਜੋ ਬੰਦਾ ਲਾਲਚ ਨਾਲ ਖੇਤੀ ਕਰਦਾ ਹੈ ਵੀ ਮੈਂ ਹੋਰ ਪੈਸਾ ਕਮਾਵਾਂਗਾ, ਕਈਆਂ ਦੀ ਬਿਰਤੀ ਹੁੰਦੀ ਹੈ ਇੱਦਾਂ ਦੀ, ਮੈਂ ਦੇਖਿਆ ਬਈ ਆਪਾਂ ਹੁਣ ਆਪਣੇ ਕੋਲ 10 ਕਿੱਲੇ ਹੈ, ਆਪਾਂ ਮਿਹਨਤ ਕਰਕੇ ਨਾ 20 ਬਣਾ ਲੈਣੇ ਆ। ਜਦੋਂ 20 ਬਣ ਜਾਂਦੇ ਆ, ਕਹਿੰਦਾ ਹੁਣ 40 ਬਣਾਉਣੇ ਆ। ਅਤੇ ਕਈ ਬੰਦੇ ਸਾਰੀ ਉਮਰ ਜ਼ਮੀਨਾਂ ਹੀ ਖਰੀਦਦੇ ਰਹਿੰਦੇ ਆ। ਆਂਢੀਆਂ ਗੁਆਂਢੀਆਂ ਵਿਚਾਰਿਆਂ ਦਾ ਕਿੱਲਾ 2 ਕਿੱਲਾ ਹੋਵੇ, ਉਹ ਵੀ ਦੱਬ ਲੈਣਾ, ਉਹਦੇ ਉੱਤੇ ਵੀ ਕੋਈ ਨਾ ਕੋਈ ਦਾਅਵਾ ਕਰ ਦੇਣਾ, ਕੋਈ ਨਾ ਕੋਈ ਪਾ ਲੈਣਾ ਵੀ ਇਹ ਜਗ੍ਹਾ ਸਾਰੀ, ਜਿੱਥੋਂ ਤੱਕ ਜ਼ਮੀਨ ਹੈ ਮੇਰੀ ਹੋਵੇ। ਮਹਾਰਾਜ ਕਹਿੰਦੇ ਤ੍ਰਿਸ਼ਨਾ ਨਹੀਂ ਜਾਂਦੀ, ਲਾਲਚ ਹੋਰ ਵੱਧਦਾ ਜਾਂਦਾ। ਮਹਾਰਾਜ ਨੇ ਤਾਂ ਇੱਥੋਂ ਤੱਕ ਲਿਖਤਾ ਵੀ ਕਿ ਜੇ ਬੰਨਾ ਪੁਰੀਆਂ ਭਾਰ, ਕਹਿੰਦੇ ਪੁਰੀਆਂ ਦੇ ਭਾਰ ਬੰਨ ਲਾ ਤਾਂ ਵੀ ਨਹੀਂ ਜਾਂਦੀ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਪੁਰੀਆਂ ਦੇ ਭਾਰ ਬੰਨ੍ਹ ਕੇ ਰੱਖ ਲਏ ਨਾ ਬੰਦਾ, ਸਾਰੀ ਧਰਤੀ ਦੇ ਜਿੰਨੇ ਸ਼ਹਿਰ ਨੇ ਮੇਰੇ ਨਾਂ ਹੋ ਜਾਣ, ਸਾਰੀ ਧਰਤੀ ਮੇਰੇ ਨਾਂ ਹੋ ਜਾਏ, ਫੇਰ ਵੀ ਮੈਂ ਰੱਜਣ ਵਾਲਾ ਕੋਈ ਨਹੀਂ। ਆਹ ਦੁਨੀਆ ਦੇ ਵਪਾਰੀਆਂ ਦਾ ਵੀ ਇਹੀ ਹਾਲ ਹੈ।
ਕਿ ਵਪਾਰ ਕਰਦੇ ਅੱਜ ਲੱਖਾਂ ਦਾ, ਕੱਲ੍ਹ ਕਰੋੜਾਂ ਦਾ, ਫਿਰ ਬਿਲੀਅਨ ਟ੍ਰਿਲੀਅਨ, ਇੱਦਾਂ ਗਾਂਹ ਦੀ ਗਾਂਹ ਵਧਾਈ ਜਾਣਾ। ਫਿਰ ਸਾਰੀ ਧਰਤੀ ਨੂੰ, ਸਾਰੀ ਸ੍ਰਿਸ਼ਟੀ ਨੂੰ ਹੀ ਅਸੀਂ ਵਪਾਰ ਖਰੀਦ ਲਈਏ, ਸਾਡਾ ਹੀ ਹੋਵੇ ਬਸ। ਹੁਣ ਵੀ ਇਹੀ ਦੁਨੀਆ 'ਤੇ ਚੱਲ ਰਿਹਾ। ਜਿਹੜਾ ਆਉਣ ਵਾਲਾ ਸਮਾਂ ਹੈ ਨਾ ਸਾਧ ਸੰਗਤ ਜੀ, ਡੈਮੋਕਰੇਸੀ ਦਾ ਤਾਂ ਨਾਂ ਹੀ ਰਹਿ ਗਿਆ ਵੀ ਡੈਮੋਕਰੇਸੀ ਡੈਮੋਕਰੇਸੀ। ਡੈਮੋਕਰੇਸੀ ਨੂੰ ਹੁਣ ਵਪਾਰੀ ਲੋਕ ਚਲਾ ਰਹੇ ਨੇ ਦੁਨੀਆ 'ਤੇ। ਅਤੇ ਆਉਣ ਵਾਲੇ ਸਮੇਂ 'ਚ ਦੇਖਿਆ ਜੇ ਇਹਨਾਂ ਨੇ ਕਰਨਾ ਕੀ ਹੈ। ਪਹਿਲਾਂ ਜਿੱਦਾਂ ਲੜਾਈਆਂ ਹੁੰਦੀਆਂ ਸੀ ਨਾ, ਜੰਗਾਂ ਯੁੱਧਾਂ ਹੁੰਦੀਆਂ ਸੀ, ਅਤੇ ਉਹਦੇ 'ਚ ਲੜਾਈਆਂ 'ਚ ਮਰ ਜਾਂਦੇ ਸੀ। ਇੱਕ ਰਿਆਸਤ ਦੂਜੇ ਨਾਲ ਲੜ ਪੈਣੀ ਅਤੇ ਉੱਥੇ ਲੜਾਈ ਹੋਣੀ, ਕੋਈ 2-4 ਹਜ਼ਾਰ ਉਹਦੇ ਮਰ ਗਏ, 2-4 ਉਹਦੇ ਮਰ ਗਏ, ਇੱਦਾਂ ਦੁਨੀਆ ਮਰਦੀ ਸੀ। ਹੁਣ ਭੁੱਖ ਨਾਲ ਮਾਰਨੀ ਹੈ, ਕੋਈ ਕਰੋਨੇ ਨਾਲ ਮਾਰਤੀ, ਕੋਈ ਭੁੱਖ ਨਾਲ ਮਾਰਤੀ, ਕੋਈ ਹੋਰ ਤਰੀਕੇ ਨਾਲ ਮਾਰਤੀ, ਲੜਾਈ ਝਗੜਾ ਕਰਾ ਕੇ ਮਾਰਤੀ। ਬਸ ਇਹ ਉਦੋਂ ਵੀ ਦੇਖਿਆ ਜਾਵੇ ਵੀ ਉਹ ਲੜਾਈਆਂ ਕਾਹਤੋਂ ਤੋਂ ਹੁੰਦੀਆਂ ਸਨ? ਤ੍ਰਿਸ਼ਨਾ ਤੋਂ, ਵੀ ਆਹ ਮੇਰਾ ਰਾਜ ਹੈ, ਮੈਂ ਵੱਡਾ ਕਰਨਾ, ਦੂਜੇ ਛੋਟੇ ਰਾਜੇ ਦਬਾ ਕੇ ਮੈਂ ਆਪਣੇ ਥੱਲੇ ਕਰਨੇ। ਉਹ ਰਾਜੇ ਜੰਗ ਕਰਿਆ ਕਰਦੇ ਸੀ, ਘੋੜਾ ਛੱਡਦੇ ਸੀ, ਲੜਾਈਆਂ ਹੁੰਦੀਆਂ ਸੀ, ਉਹਦੇ ਤੋਂ ਫਿਰ ਕਤਲੋਗਾਰਤ, ਖੂਨ ਖਰਾਬਾ ਕਰਕੇ ਜ਼ਮੀਨ 'ਤੇ, ਜਿਵੇਂ ਸਿਕੰਦਰ ਬਾਦਸ਼ਾਹ ਸਾਰੀ ਧਰਤੀ 'ਤੇ ਕਹਿੰਦਾ ਮੈਂ ਰਾਜ ਕਰਾਂਗਾ, ਇੱਦਾਂ ਹੀ ਨਪੋਲੀਅਨ ਬੋਨਾਪਾਰਟ, ਹਿਟਲਰ ਵਰਗੇ, ਉਹ ਸਾਰੀ ਤ੍ਰਿਸ਼ਨਾ ਨੇ ਕਰਾਇਆ ਦੁਨੀਆ 'ਤੇ ਖੂਨੋ ਖਰਾਬਾ ਜਿੰਨਾ ਹੋਇਆ। ਲਾਲਚ ਨੇ, ਤ੍ਰਿਸ਼ਨਾ ਨੇ, ਈਰਖਾ ਨੇ। ਮਹਾਰਾਜ ਕਹਿੰਦੇ ਮਨਮੁਖ ਜੋ ਵੀ ਕਰ ਰਹੇ ਨੇ, ਭਾਵੇਂ ਉਹ ਖੇਤੀ ਕਰ ਰਹੇ ਨੇ, ਭਾਵੇਂ ਵਣਜ ਵਪਾਰ ਕਰ ਰਹੇ ਨੇ, ਆਹਾ ਤ੍ਰਿਸ਼ਨਾ ਭੁੱਖ ਨਾ ਜਾਏ। ਮਨਮੁਖ ਖੇਤੀ ਵਣਜ ਕਰ ਥਾਕੇ, ਤ੍ਰਿਸ਼ਨਾ ਭੁੱਖ ਨਾ ਜਾਏ। ਉਹ ਤ੍ਰਿਸ਼ਨਾ ਭੁੱਖ ਵਧੀ ਜਾਂਦੀ ਹੈ, ਹੋਰ 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 ਹੋਰ। ਮਹਾਰਾਜ ਕਹਿੰਦੇ ਨਾਨਕ ਨਾਮ ਬੀਜ ਮਨ ਅੰਦਰ, ਸੱਚਾ ਸ਼ਬਦ ਸੁਭਾਏ। ਵਾਹਿਗੁਰੂ ਦਾ ਨਾਮ ਆਪਣੇ ਮਨ ਦੇ ਅੰਦਰ ਬੀਜ ਲਓ, ਵਾਹਿਗੁਰੂ ਵਾਹਿਗੁਰੂ ਜਪ ਲਓ। ਹੋਰ ਇਹ ਸੰਸਾਰ 'ਤੇ ਕੁਛ ਨਹੀਂ ਗਾ। ਜੇ ਤੁਸੀਂ ਕਹੋ ਨਾ ਵੀ ਇਸ ਸੰਸਾਰ ਨੂੰ ਅਸੀਂ ਸੁਧਾਰ ਦਿਆਂਗੇ ਜਾਂ ਸੁਖੀ ਕਰ ਲਾਂਗੇ, ਇਹ ਵੀ ਨਹੀਂ ਹੋਣਾ। ਐਡੇ ਐਡੇ ਗੁਰੂ ਪੀਰ ਅਵਤਾਰ ਮਹਾਂਪੁਰਸ਼ ਜੇ ਦੁਨੀਆ ਨੂੰ ਸੁਧਾਰ ਨਹੀਂ ਸਕੇ, ਸਾਡੇ ਸੁਧਾਰਿਆਂ ਸੁਧਰ ਜਾਏਗਾ ਸੰਸਾਰ। ਜਾਂ ਆਪਾਂ ਕਹੀਏ ਵੀ ਇਹ ਸਮਾਜ ਨੂੰ ਅਸੀਂ ਇੱਦਾਂ ਦਾ ਬਣਾ ਲਾਂਗੇ, ਸੁਪਨੇ ਹੀ ਹੁੰਦੇ ਹੈ। ਹਿਟਲਰ ਵੀ ਸੁਪਨੇ ਲੈਂਦਾ ਰਿਹਾ, ਬੋਨਾਪਾਰਟ ਵੀ ਲੈਂਦਾ ਰਿਹਾ, ਉਦੋਂ ਪਹਿਲਾਂ ਸਿਕੰਦਰ ਵੀ ਲੈਂਦਾ ਰਿਹਾ। ਵੱਡੇ ਵੱਡੇ ਜ਼ਾਲਮ ਰਾਜੇ ਮਹਾਰਾਜੇ ਔਰੰਗਜ਼ੇਬ ਵਰਗੇ ਆਪਣੇ ਆਪਣੇ ਤਰੀਕੇ ਨਾਲ ਦੁਨੀਆ ਨੂੰ ਚਲਾਉਣਾ ਚਾਹੁੰਦੇ ਸੀ ਵੀ ਮੇਰੇ ਵਰਗੇ ਹੀ ਬਣ ਜੇ ਸਾਰੀ ਦੁਨੀਆ, ਮੁਸਲਮਾਨ ਹੀ ਬਣ ਜੇ, ਔਰੰਗਜ਼ੇਬ ਕਹਿੰਦਾ ਸੀ। ਪਰ ਨਹੀਂ, ਕਿਸੇ ਦੀ ਵੀ ਪੂਰੀ ਨਹੀਂ ਹੋਈ। ਇੱਕੋ ਹੀ ਕੰਮ ਹੈ ਭਾਈ, ਨਾਮ ਜਪ ਲਓ, ਇਹ ਤੁਹਾਡੇ ਕੰਮ ਆਏਗਾ। ਇੱਥੇ ਰਹਿਣਾ ਕੋਈ ਨਹੀਂ ਜੇ, ਜਾਂ ਰਹਿਣਾ ਨਾ ਹੀ ਐਤ ਜਗ, ਤਾਂ ਕਾਇਤ ਗਾਰਬ ਹੰਢੀ ਹੈ। ਜਿੱਥੇ ਰਹਿਣਾ ਹੀ ਨਹੀਂ, ਫਿਰ ਹੰਕਾਰ ਕਿਹੜੀ ਚੀਜ਼ ਦਾ ਕਰਦੇ ਹੋ, ਕਿਹੜੀ ਚੀਜ਼ ਦੇ ਦਾਅਵੇ ਕਰਦੇ ਹੋ? ਸਭ ਝੂਠੇ ਹਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਨਾਮ ਬੀਜ ਮਨ ਅੰਦਰ, ਆਪਣੇ ਮਨ ਦੇ ਅੰਦਰ ਬੀਜ ਦੇ ਵਾਹਿਗੁਰੂ 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 ਵਾਹਿਗੁਰੂ, ਸੱਚਾ ਸ਼ਬਦ ਸੁਭਾਏ। ਇਹਦੇ ਸੱਚੇ ਸ਼ਬਦ ਦੇ ਨਾਲ, ਪ੍ਰੇਮ ਦੇ ਨਾਲ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਕੇਵਲ ਬੋਲਣ ਵਾਲੇ ਨੂੰ ਨਹੀਂ ਕਿਹਾ, ਸ਼ਬਦ ਬ੍ਰਹਮ ਨੂੰ ਕਿਹਾ ਹੈ। ਸੱਚਾ ਵਾਹਿਗੁਰੂ ਬ੍ਰਹਮ ਸ਼ਬਦ ਸਰੂਪ ਹੋ ਕੇ ਤੇਰੇ ਅੰਦਰ ਵਰਤਦਾ ਹੈ। ਬਸ ਉਸ ਸ਼ਬਦ ਬ੍ਰਹਮ ਨੂੰ ਜਾਣ ਲੈ। ਏਕ ਸ਼ਬਦੰ ਤਮ ਜੋਗ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ, ਜਿਵੇਂ ਮਹਾਰਾਜ ਨੇ ਆਸਾ ਦੀ ਵਾਰ 'ਚ ਵੀ ਲਿਖਿਆ, ਸਹਿਸ ਕੀਰਤੀ ਸਲੋਕਾਂ 'ਚ ਵੀ ਆਇਆ। ਉੱਥੇ ਸ਼ਬਦ ਦਾ ਬਹੁਤ ਵਿਆਪਕ ਅਰਥ ਹੈ। ਧਰਮ, ਅਨੁਭਵ, ਗਿਆਨ, ਅਤੇ ਉਹ ਅਕਾਲ ਪੁਰਖ ਦੇ ਸਰੂਪ ਨੂੰ ਤੂੰ ਆਪਣੇ ਅੰਦਰੋਂ ਜਾਣ ਲੈ। ਸ਼ਬਦ ਦਾ ਜਾਪ ਕਰਨਾ ਸ਼ੁਰੂਆਤ ਹੈ। ਵਾਹਿਗੁਰੂ ਵਾਹਿਗੁਰੂ ਜਪੇਗਾ ਅਤੇ ਉਹ ਖੇਤੀ, ਉਹ ਵਣਜ, ਉਹ ਵਪਾਰ ਦੀ ਤੈਨੂੰ ਪ੍ਰਾਪਤੀ ਹੋਵੇਗੀ। ਇਤਨੇ ਬਚਨ ਪ੍ਰਵਾਨ ਕਰਨੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ। ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ, ਹਰ ਨਾਲ ਰੋ ਤੂੰ ਮਨ। ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ।
ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ।